Audio Jungle. Audio Jungle. ਕੋਈ ਪੰਜਾਬ ਦੇ ਵਿੱਚ ਕੋਈ ਬੇਰੁਜ਼ਗਾਰ ਰਹਿ ਜਾਊਗਾ। ਜਿਵੇਂ ਵਾਅਦਾ ਕੀਤਾ ਸੀ ਪਹਿਲਾਂ ਮਾਨ ਸਾਹਿਬ ਨੇ ਕਿ ਜਿਹੜਾ ਪੰਜਾਬ ਦੇ ਵਿੱਚੋਂ ਨੌਜਵਾਨੀ ਦਾ ਆਵਾਜ਼ ਜਿਹੜਾ ਬਾਹਰ ਜਾ ਰਹੇ ਨੇ ਉਸ ਨੂੰ ਰੋਕਣਾ, ਉਸ ਚੀਜ਼ ਤੇ ਬੜੀ ਵੱਡੀ ਠੱਲ ਪਊਗੀ ਇਸ ਚੀਜ਼ ਦੇ ਨਾਲ। ਸੋ ਮੈਂ ਧੰਨਵਾਦ ਕਰਨਾ ਚਾਹਣਾ ਸਾਰੀ ਸਰਕਾਰ ਦਾ, ਸਾਡੇ ਖਾਸ ਕਰਕੇ ਸੀਐਮ ਸਾਹਿਬ ਦਾ। ਉਹਨਾਂ ਨੇ ਪਹਿਲੇ 50 ਦਿਨਾਂ ਦੇ ਵਿੱਚ ਐਡਾ ਵੱਡਾ ਜਿਹੜਾ ਤੋਹਫਾ ਦਿੱਤਾ ਨੌਜਵਾਨੀ ਨੂੰ। ਸੋ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਣਾ। ਹੁਣ ਮੈਂ ਬੇਨਤੀ ਕਰਦਾ ਸਾਡੇ ਬਾਘੇ ਪੁਰਾਣੇ ਤੋਂ ਐਮਐਲਏ ਅਮਰਤਪਾਲ ਸਿੰਘ ਜੀ, ਉਹ ਤੁਹਾਨੂੰ ਸੰਬੋਧਨ ਕਰਨਗੇ। ਸਭ ਤੋਂ ਪਹਿਲਾਂ ਤਾਂ ਜੀ ਸਾਰੇ ਮੀਡੀਆ ਸਹਿਬਾਨ ਸਾਰੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇੱਥੇ ਪਹੁੰਚੇ ਹੋ। ਇੱਕ ਚੀਜ਼ ਤੇ ਤੁਹਾਨੂੰ ਖਾਸ ਤੌਰ ਤੇ ਮੈਂ ਯਾਦ ਦਿਵਾਉਣੀ ਚਾਹਣਾ, ਇਲੈਕਸ਼ਨ ਦੇ ਪਹਿਲਾਂ ਜਾਂ ਡਿਊਰਿੰਗ ਇਲੈਕਸ਼ਨ ਜਦੋਂ ਵੀ ਆਪਾਂ ਫੀਲਡ ਜਾਂਦੇ ਸੀ ਤੇ ਅਸੀਂ ਇੱਕ ਗੱਲ ਬੜੀ ਜ਼ੋਰ ਸ਼ੋਰ ਨਾਲ ਕਹਿੰਦੇ ਸੀ ਕਿ ਜਿਹੜੀ ਇਹ ਮਾਨ ਸਰਕਾਰ ਆ, ਜਿਹੜੀ ਪੰਜਾਬ ਦੇ ਲੋਕ ਸਰਕਾਰ ਬਣਾਉਣ ਜਾ ਰਹੇ ਨੇ, ਉਹ ਮਿਸ਼ਨ ਤੇ ਚੱਲੂਗੀ, ਕਮਿਸ਼ਨ ਤੇ ਨਹੀਂ ਚੱਲੂਗੀ। ਤਾਂ ਅਸੀਂ ਉਹ ਜਿਹੜਾ ਸਾਡਾ ਸਲੋਗਨ ਆ ਉਹਦੇ ਤੇ ਪਹਿਰਾ ਦਿੰਦੇ ਹੋਏ, ਜਿਵੇਂ ਮੇਰੇ ਕੋਲੀਗਸ ਐਮਐਲਏ ਸਾਹਿਬਾਨ ਨੇ ਤੁਹਾਨੂੰ ਨੌਕਰੀਆਂ ਬਾਰੇ ਦੱਸਿਆ ਏ ਤੇ ਆਉਣ ਵਾਲੇ ਫਿਊਚਰ ਪਲਾਨ ਕੀ ਨੇ ਪਾਰਟੀ ਦੇ, ਉਹਦੇ ਬਾਰੇ ਵੀ ਦੱਸਿਆ। ਪਰ ਨਾਲ ਦੀ ਨਾਲ ਜਦੋਂ ਅਸੀਂ ਪਬਲਿਕ ਦੇ ਵਿੱਚ ਜਾਂਦੇ ਆ ਤਾਂ ਲੋਕ ਬੜੇ ਖੁਸ਼ ਨੇ। ਲੋਕ ਸਾਰੀਆਂ ਨੀਤੀਆਂ ਤੋਂ, ਸਾਰੇ ਕੰਮਾਂ ਤੋਂ, ਜੋ ਕਰਪਸ਼ਨ ਦੂਰ ਹੋਈ ਆ ਉਹਦੇ ਤੋਂ ਬੜੇ ਖੁਸ਼ ਨੇ। ਪਰ ਨਾਲ ਦੀ ਨਾਲ ਜਿਹੜੇ ਸ਼ਰਾਰਤੀ ਐਲੀਮੈਂਟ ਨੇ, ਚਾਹੇ ਉਹ ਵਿਰੋਧੀ ਪਾਰਟੀਆਂ ਨੇ, ਕਾਂਗਰਸ ਨੂੰ ਲਾ ਲਓ, ਚਾਹੇ ਅਕਾਲੀ ਦਲ ਨੂੰ ਲਾ ਲਓ, ਚਾਹੇ ਸਭ ਤੋਂ ਜਿਹੜੀ ਸੈਂਟਰ ਦੀ ਵੱਡੀ ਪਾਰਟੀ ਆ ਬੀਜੇਪੀ, ਜਿਹੜੀ ਹਮੇਸ਼ਾ ਏਜੰਡੇ ਨੂੰ ਡਾਇਵਰਟ ਕਰਨ ਦੇ ਵਿੱਚ, ਜਿਹੜੀ ਸਟੇਟ 'ਚ ਉਹਨਾਂ ਨੂੰ ਲੱਗਦਾ ਵੀ ਵਿਕਾਸ ਵਧੀਆ ਹੋ ਰਿਹਾ, ਉਹਨੂੰ ਬਦਲਣ ਦੇ ਵਿੱਚ ਮੰਨੀ ਜਾਂਦੀ ਆ। ਤਾਂ ਉਹ ਸਾਰੀਆਂ ਤਿੰਨੇ ਪਾਰਟੀਆਂ ਤਾਂ ਜਿਹੜਾ ਆਮ ਆਦਮੀ ਪਾਰਟੀ ਦੀ ਜਿਹੜੀ ਵਿਕਾਸ ਦੀ ਸਪੀਡ ਆ ਇਹਨੂੰ ਰੋਕਣ ਲਈ ਲੱਗੀਆਂ ਰਹਿੰਦੀਆਂ ਨੇ। ਤੇ ਨਾਲ ਦੀ ਨਾਲ ਪਿਛਲੇ ਦਿਨੀ ਤੁਸੀਂ ਜਿਹੜੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਆ ਜਾਂ ਅਕਾਲੀ ਦਲ ਦੇ ਜਿਹੜੇ ਲੀਡਰ ਨੇ, ਖੈਰ ਉਹ ਤਾਂ ਅੱਜ ਕੱਲ੍ਹ ਦਿਖਦੇ ਨਹੀਂ ਕਿਤੇ, ਉਹ ਜਦੋਂ ਵੀ ਲੋਕਾਂ ਦੇ ਵਿੱਚ ਜਾਂਦੇ ਨੇ ਤਾਂ ਇੱਕ ਨੈਗੇਟਿਵ ਇਮੇਜ ਬਣਾਉਣ ਦੀ ਟਰਾਈ ਕਰਦੇ ਨੇ। ਤਾਂ ਮੈਂ ਨਾਲ ਦੀ ਨਾਲ ਪੰਜਾਬ ਸਰਕਾਰ ਆ, ਜਿਹੜੀ ਆਮ ਲੋਕਾਂ ਦੀ ਸਰਕਾਰ ਆ, ਸਭ ਦੀ ਸਾਂਝੀ ਸਰਕਾਰ ਆ, ਉਹਦੇ ਵੱਲੋਂ ਜਿਹੜੇ ਬਾਕੀ ਸ਼ਰਾਰਤੀ ਐਲੀਮੈਂਟ ਨੇ, ਅਸੀਂ ਉਹਨਾਂ ਨੂੰ ਵੀ ਬੈਠ ਕੇ ਚੇਤਾਵਨੀ ਦਿੰਦੇ ਆ ਵੀ ਭਾਈ ਤੁਸੀਂ 70-75 ਸਾਲ ਹੋ ਗਏ, ਤੁਸੀਂ ਬੜਾ ਰਾਜ ਕੀਤਾ, ਬਹੁਤ ਕੁਝ ਕੀਤਾ, ਤੁਹਾਨੂੰ ਬੜੇ ਲੋਕਾਂ ਨੇ ਮੌਕੇ ਦਿੱਤੇ। ਜੇ ਤੁਸੀਂ ਨੌਕਰੀਆਂ ਦੇਣੀਆਂ ਹੁੰਦੀਆਂ, ਜੇ ਤੁਸੀਂ ਵਿਕਾਸ ਕਰਨਾ ਹੁੰਦਾ, ਜੇ ਤੁਸੀਂ ਕਰਪਸ਼ਨ ਰੋਕਣੀ ਹੁੰਦੀ, ਜੇ ਤੁਸੀਂ ਨਸ਼ਾ ਰੋਕਣਾ ਹੁੰਦਾ ਤਾਂ ਤੁਸੀਂ ਹੁਣ ਨੂੰ ਕਰ ਦਿੰਦੇ। ਜੇ ਹੁਣ ਤੱਕ ਤੁਸੀਂ ਨਹੀਂ ਕਰ ਸਕੇ ਤਾਂ ਕਮ ਸੇ ਕਮ ਜਿਹੜੀ ਆਮ ਲੋਕਾਂ ਦੀ ਸਰਕਾਰ ਆਈ ਹੈ ਨਾ ਇਸ ਵਾਰ, ਤਾਂ ਇਹਨੂੰ ਆਪਣਾ ਕੰਮ ਕਰਨ ਦਿਓ। ਉਹਨਾਂ ਟਾਈਮ ਤੁਸੀਂ ਆਪਣੀਆਂ ਰਾਜਨੀਤੀਆਂ, ਆਪਣੀਆਂ ਪ੍ਰਧਾਨਗੀਆਂ ਦੀਆਂ ਲੜਾਈ, ਉਹ ਜਿਵੇਂ ਤੁਹਾਡੀਆਂ ਪਹਿਲਾਂ ਚੱਲਦੀਆਂ ਰਹੀਆਂ ਨੇ, ਉਹਨੂੰ ਕੰਟੀਨਿਊ ਰੱਖੋ। ਤਾਂ ਜਿਹੜੀ ਏਜੰਡਾ ਡਾਇਵਰਟ ਕਰਨ ਦੀ ਚੀਜ਼ ਆ, ਪੰਜਾਬ ਦੇ ਵਿੱਚ ਵੀ ਕੋਸ਼ਿਸ਼ਾਂ ਸਟਾਰਟ ਹੋ ਗਈਆਂ ਨੇ। ਤੁਸੀਂ ਪਿਛਲੇ ਦਿਨੇ ਦੇਖਿਆ ਹੋਣਾ ਕਈ ਸ਼ਹਿਰਾਂ ਦੇ ਵਿੱਚ ਧਰਮ ਦੇ ਨਾਂ ਤੇ ਕਈ ਏਜੰਡੇ ਚੱਲੇ ਨੇ। ਤਾਂ ਉਹਦੇ ਬਾਰੇ ਵੀ ਅਸੀਂ ਐਕਸਪਲੇਨ ਕਰਾਂਗੇ, ਤੁਹਾਨੂੰ ਚੰਗੀ ਤਰ੍ਹਾਂ ਦੱਸਾਂਗੇ ਜੋ ਪਟਿਆਲਾ ਦੇ ਵਿੱਚ ਹੋਇਆ। ਹੁਣ ਮੈਂ ਬੇਨਤੀ ਕਰਦਾ ਸਾਡੇ ਚੀਫ ਸਪੋਕਸਪਰਸਨ ਕੰਗ ਸਾਹਿਬ ਨੂੰ, ਇਹ ਤੁਹਾਨੂੰ ਸਾਰਾ ਐਕਸਪਲੇਨ ਕਰਨਗੇ। ਦੇਖੋ, ਮਾਨ ਸਾਹਿਬ ਨੇ ਇੱਕ ਵਾਅਦਾ ਕੀਤਾ ਸੀ ਕਿ ਨੌਜਵਾਨਾਂ ਦੇ ਹੱਥਾਂ ਤੋਂ ਟੀਕੇ ਛਡਾ ਕੇ ਟਿਫਨ ਫੜਾਉਣੇ ਆ, ਤੇ 26,454 ਨੌਕਰੀਆਂ ਦੀ ਨੋਟੀਫਿਕੇਸ਼ਨ, ਇਸ਼ਤਿਹਾਰ ਆ ਜਾਣਾ ਉਸ ਗੱਲ ਦਾ ਸਬੂਤ ਹੈ। ਦੂਜੀ ਗੱਲ, ਪਿਛਲੇ ਕਈ ਦਿਨ ਤੋਂ ਇਹ ਮੁੱਦਾ ਬਹੁਤ ਵਾਰ-ਵਾਰ ਜਿਹੜਾ ਹੈ ਮੀਡੀਆ ਦੇ ਰਾਹੀਂ ਔਰ ਕਿਤੇ ਨਾ ਕਿਤੇ ਇੱਕ ਪੰਜਾਬ ਦੇ ਖਿਲਾਫ ਜਿਹੜੀ ਸਾਜ਼ਿਸ਼ ਹੋਈ ਹੈ, ਔਰ ਜਿਸ ਤਰੀਕੇ ਨਾਲ ਜਿਸ ਦੇਸ਼ ਜਿੱਥੇ ਵੀ ਦੰਗਾ ਫਸਾਦ ਹੁੰਦਾ ਹੈ ਉੱਥੇ ਭਾਜਪਾ ਦਾ ਹੱਥ ਹੁੰਦਾ, ਜਾਂ ਭਾਜਪਾ ਡਾਇਰੈਕਟ ਜਾਂ ਇਨਡਾਇਰੈਕਟ ਤੌਰ ਤੇ ਉਹਦੇ ਤੇ ਜ਼ਿੰਮੇਵਾਰ ਹੁੰਦੀ ਆ। ਪਟਿਆਲਾ ਹਿੰਸਾ ਨੂੰ ਲੈ ਕੇ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦਾ, ਪਟਿਆਲਾ ਦੀ ਜਿਹੜੀ ਵਾਇਲੈਂਸ ਹੋਈ ਆ, ਪਟਿਆਲਾ 'ਚ ਜਿਸ ਤਰੀਕੇ ਨਾਲ ਭਾਈਚਾਰਕ ਸਾਂਝ ਨੂੰ, ਅਮਨ ਸ਼ਾਂਤੀ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ, ਇਹਦੇ ਪਿੱਛੇ ਵੀ ਭਾਰਤੀ ਜਨਤਾ ਪਾਰਟੀ ਔਰ ਪੋਲੀਟੀਕਲ ਬਾਕੀ ਪਾਰਟੀਆਂ ਦੀ ਸਾਜ਼ਿਸ਼ ਸੀ। ਔਰ ਇਹ ਵਾਰ-ਵਾਰ ਕਿਉਂ ਹੋ ਰਿਹਾ ਹੈ ਕਿ ਬੀਜੇਪੀ ਦੇ ਸੀਨੀਅਰ ਲੀਡਰ ਜਿਹੜੇ ਖਾਲਿਸਤਾਨ ਦੇ ਨਾਅਰੇ ਲਾਉਂਦੇ ਆ, ਜਿਹੜੇ ਖਾਲਿਸਤਾਨ ਦੀ ਕੌਨਸਪੀਰੈਂਸੀ ਕਰਦੇ ਆ, ਉਹਦੇ ਪਿੱਛੇ ਬੀਜੇਪੀ ਦੇ ਲੀਡਰਸ ਦੇ ਨਾਮ ਜਾਂ ਬੀਜੇਪੀ ਲੀਡਰਸ ਦੀ ਨੇੜਤਾ ਸਾਹਮਣੇ ਕਿਉਂ ਆਉਂਦੀ ਹੈ? ਸੋ ਭਾਰਤੀ ਜਨਤਾ ਪਾਰਟੀ ਜਿਹੜੀ ਆ ਪੰਜਾਬ 'ਚ ਪ੍ਰੋ ਖਾਲਿਸਤਾਨ ਦੇ ਨਾਅਰੇ ਲਾਉਣ ਲਈ ਵੀ ਜ਼ਿੰਮੇਵਾਰ ਹੈ, ਪੰਜਾਬ ਦੇ ਭਾਈਚਾਰੇ ਨੂੰ, ਪੰਜਾਬ ਦੀ ਅਮਨ ਸ਼ਾਂਤੀ ਨੂੰ ਅੱਗ ਲਾਉਣ ਲਈ ਵੀ ਜ਼ਿੰਮੇਵਾਰ ਹੈ। ਔਰ ਇਸੇ ਕਰਕੇ ਜਿਹੜੇ ਪਟਿਆਲਾ ਵਾਇਲੈਂਸ ਦੇ ਮਾਸਟਰਮਾਈਂਡ ਹੈ, ਚਾਹੇ ਪਰਵਾਨਾ ਹੋਵੇ, ਹਰੀ ਸਿੰਗਲਾ ਹੋਵੇ,
ਇਹਨਾਂ ਸਾਰਿਆਂ ਦੀ ਨੇੜਤਾ ਜਿਹੜੀ ਆ ਉਹ ਬੀਜੇਪੀ ਨਾਲ ਹੈ, ਬੀਜੇਪੀ ਦੇ ਸੀਨੀਅਰ ਲੀਡਰ ਸਾਹਿਬਾਨਾਂ ਨਾਲ ਹੈ। ਔਰ ਸਾਰੇ ਮੁਲਕ 'ਚ ਤੁਸੀਂ ਦੇਖਿਆ ਟ੍ਰੈਂਡ ਹੈ ਪਿਛਲੇ ਕਈ ਸਾਲਾਂ ਤੋਂ। ਔਰ ਇਹ ਵੀ ਵੇਖੋ ਜਿਸ ਦਿਨ ਤੋਂ ਮੋਦੀ ਸਾਹਿਬ ਦੀ ਸਰਕਾਰ ਆਈ ਹੈ ਸੈਂਟਰ 'ਚ, ਗੁਰਪਤਵੰਤ ਪੰਨੂ ਵੀ ਉਸ ਦਿਨ ਤੋਂ ਹਾਈਲਾਈਟ ਹੋਣ ਲੱਗ ਗਿਆ। ਸੋ ਇਹ ਬੀਜੇਪੀ ਭਾਰਤੀ ਜਨਤਾ ਪਾਰਟੀ ਦੇਸ਼ 'ਚ ਭਾਈਚਾਰੇ ਨੂੰ ਅੱਗ ਲਾਉਂਦੀ ਆ। ਹੁਣ ਇਹਨਾਂ ਦਾ ਮਿਸ਼ਨ ਸੀ, ਟਾਰਗੇਟ ਸੀ ਇਹਨਾਂ ਦਾ ਕਿ ਪੰਜਾਬ 'ਚ ਜਿਸ ਤਰੀਕੇ ਨਾਲ ਇਹਨਾਂ ਦੀਆਂ ਰਾਜਨੀਤਿਕ ਦੁਕਾਨਦਾਰੀਆਂ ਬੰਦ ਹੋ ਗਈਆਂ, ਜਿਸ ਤਰੀਕੇ ਨਾਲ ਪੰਜਾਬੀਆਂ ਨੇ ਇਹਨਾਂ ਨੂੰ ਨਕਾਰਤਾ, ਜਿਸ ਤਰੀਕੇ ਨਾਲ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਆ, ਜਿਸ ਤਰੀਕੇ ਨਾਲ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ, ਭਾਰਤੀ ਜਨਤਾ ਪਾਰਟੀ ਪੰਜਾਬ ਦੇ ਅਮਨ ਸ਼ਾਂਤੀ ਲਈ, ਭਾਈਚਾਰੇ ਲਈ ਵੀ ਸਾਜ਼ਿਸ਼ਾਂ ਰੋਜ਼ ਰਚ ਰਹੀ ਆ। ਔਰ ਇਸੇ ਕਰਕੇ ਮਾਨ ਸਾਹਿਬ ਦੀ ਸਰਕਾਰ ਨੇ ਪਹਿਲਾਂ ਤੇ 48 ਘੰਟੇ ਦੇ ਅੰਦਰ ਅੰਦਰ ਮਾਸਟਰ ਮਾਈਂਡ ਜਿਹੜੇ ਆ, ਮੇਨ ਕਲਪਰਿਸਟ ਜਿਹੜੇ ਆ ਉਹ ਅੰਦਰ ਕੀਤੇ, ਔਰ ਜਿਹੜੇ ਕੋਈ ਆਫੀਸਰ ਦੀ ਕੁਤਾਈ ਰਹੀ ਆ ਉਹ ਵੀ ਸਸਪੈਂਡ ਕੀਤੇ, ਔਰ SIT ਮਹਿਤਾਬ ਸਿੰਘ ਦੀ ਅਗਵਾਈ 'ਚ ਬਣਾ ਦਿੱਤੀ ਗਈ ਆ। ਔਰ ਆਉਣ ਵਾਲੇ ਟਾਈਮ 'ਚ ਇਹਦੀਆਂ ਪਰਤਾਂ ਬਹੁਤ ਖੁੱਲਣਗੀਆਂ। ਅਸੀਂ ਪਹਿਲਾਂ ਹੀ ਕਹਿੰਦੇ ਸੀ ਕਿ ਪਟਿਆਲਾ ਵਾਇਲੈਂਸ ਜਿਹੜਾ ਆ ਇਹ ਪੋਲੀਟੀਕਲੀ ਮੋਟੀਵੇਟਡ ਹੈ, ਔਰ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਚਾਹੇ ਮਨਜਿੰਦਰ ਸਿੰਘ ਸਿਰਸਾ ਹੋਵੇ, ਇਹ ਸਾਰੇ ਲੋਕਾਂ ਦੀ ਸਾਜ਼ਿਸ਼ ਹੈ। ਇਹ ਲੋਕ ਪੰਜਾਬ ਨੂੰ, ਦੇਸ਼ ਨੂੰ, ਪੰਜਾਬ ਦੇ ਭਾਈਚਾਰੇ ਨੂੰ, ਦੇਸ਼ ਦੀ ਅਮਨ ਸ਼ਾਂਤੀ ਨੂੰ ਹਮੇਸ਼ਾ ਤੋਂ ਅੱਗ ਲਾਉਣਾ ਚਾਹੁੰਦੇ ਆ। ਆਉਣ ਵਾਲੇ ਟਾਈਮ 'ਚ ਇਹ ਸਾਜ਼ਿਸ਼ਾਂ ਰਚਦੇ ਆ। ਇਸੇ ਕਰਕੇ ਇਹਨਾਂ ਦੀ ਇੱਕ ਇੱਕ ਸਾਜ਼ਿਸ਼ ਕਰਤਾ ਹੈ ਉਹ ਬੇਨਕਾਬ ਆਉਣ ਵਾਲੇ ਟਾਈਮ 'ਚ ਹੋਊਗਾ। ਪੰਜਾਬੀਆਂ ਨੇ ਨਕਾਰਤੇ ਆ, ਪੰਜਾਬ ਇਹਨਾਂ ਨੂੰ ਮੂੰਹ ਨਹੀਂ ਲਾਊਗਾ। ਔਰ ਸਭ ਤੋਂ ਜ਼ਰੂਰੀ ਗੱਲ, ਜਿਸ ਤਰੀਕੇ ਨਾਲ ਵਿਦਿਨ 48 ਹਾਵਰਸ 48 ਘੰਟਿਆਂ 'ਚ ਮਾਨ ਸਾਹਿਬ ਨੇ ਐਕਸ਼ਨ ਲਿਆ, ਉਹ ਵੀ ਆਪਣੇ ਆਪ 'ਚ ਪਹਿਲੀ ਵਾਰ ਹੋਇਆ। ਨਹੀਂ ਤੇ ਤੁਸੀਂ ਆਪ ਜਾਣਦੇ ਹੋ ਦਿੱਲੀ ਦਾ ਉਦਾਹਰਣ ਹੈ, ਭਾਗਲਪੁਰ ਦਾ ਉਦਾਹਰਣ ਹੈ। ਔਰ ਮੈਂ ਇੱਕ ਹੋਰ ਸਟੱਡੀ ਦੱਸਦਾ, ਦਿੱਲੀ ਵਿੱਚ 12 ਲੱਖ ਲੋਕਾਂ ਦਾ ਸਰਵੇ ਹੋਇਆ ਹੈ ਤੇ 12 ਲੱਖ ਲੋਕਾਂ ਚੋਂ 91% ਲੋਕਾਂ ਨੇ ਬੀਜੇਪੀ ਨੂੰ ਸਿੱਧੇ ਤੌਰ ਤੇ ਦੰਗਾ ਫਸਾਦ, ਦੰਗੇ ਭੜਕਾਉਣ 'ਚ, ਭਾਈਚਾਰੇ 'ਚ ਵਿਵਾਦ ਪੈਦਾ ਕਰਨ 'ਚ, ਭਾਈਚਾਰੇ ਨੂੰ ਲੜਾਉਣ 'ਚ ਸਿੱਧਾ ਜਿਹੜਾ ਆ ਉਹਨਾਂ ਨੂੰ ਦੋਸ਼ੀ ਠਹਿਰਾਇਆ। ਸੋ ਇਹੋ ਜਿਹੀਆਂ ਐਂਟੀ ਪੰਜਾਬ, ਐਂਟੀ ਨੈਸ਼ਨਲ ਤਾਕਤਾਂ ਪੰਜਾਬ 'ਚ ਔਰ ਦੇਸ਼ ਸਰਵਾਈਵ ਨਹੀਂ ਕਰਨ ਦਿੱਤੀਆਂ ਜਾਣਗੀਆਂ। ਪੰਜਾਬੀ ਇਹਨਾਂ ਨੂੰ ਬਿਲਕੁਲ ਮੂੰਹ ਨਹੀਂ ਲਾਉਣਗੇ। ਔਰ ਆਉਣ ਵਾਲੇ ਟਾਈਮ 'ਚ ਵੀ ਜਿਹੜਾ ਵੀ ਕੋਈ ਬੀਜੇਪੀ, ਅਕਾਲੀ ਦਲ, ਕਾਂਗਰਸ, ਸ਼ਿਵ ਸੈਨਾ ਦਾ ਜਿਹੜਾ ਵੀ ਕੋਈ ਬੰਦਾ ਇਹਦੇ 'ਚ ਇਨਵੋਲਵ ਹੋਇਆ ਸਾਜ਼ਿਸ਼, ਉਹ ਬੇਨਕਾਬ ਵੀ ਹੋਊਗਾ ਔਰ ਸਜ਼ਾ ਵੀ ਹੋਊਗੀ। ਬਹੁਤ ਬਹੁਤ ਧੰਨਵਾਦ। ਤੁਹਾਡਾ ਕੋਈ ਸਵਾਲ ਹੋਵੇ ਕਾਂਗਰਸ ਸਾਹਿਬ, ਤੁਸੀਂ 48 ਘੰਟਿਆਂ ਦਾ ਜ਼ਿਕਰ ਕਰ ਰਹੇ ਹੋ, ਪਰ 168 ਘੰਟੇ ਪਹਿਲਾਂ ਯਾਨੀ ਕਿ ਹਫ਼ਤੇ ਪਹਿਲਾਂ ਤੁਹਾਡੀ ਸਰਕਾਰ ਕੀ ਕਰ ਰਹੀ ਸੀ, MLA ਕੀ ਕਰ ਰਹੇ ਸੀ, ਪ੍ਰਸ਼ਾਸਨ ਕੀ ਕਰ ਰਿਹਾ ਸੀ, ਸੋਸ਼ਲ ਮੀਡੀਆ ਦੇ ਉੱਤੇ ਚੀਜ਼ਾਂ ਸਾਰੀਆਂ ਵਾਇਰਲ ਸੀ। ਤੁਸੀਂ ਕਿਉਂ ਨਹੀਂ ਨਕੇਲ ਪਾਈ? ਹੁਣ ਤੁਸੀਂ ਇਲਜ਼ਾਮ ਲਗਾ ਰਹੇ ਹੋ, ਉਹ ਤੁਹਾਡਾ ਪ੍ਰੈਰੋਗੇਟਿਵ ਹੈ, ਪਰ ਤੁਸੀਂ ਕੀ ਕਰ ਰਹੇ ਸੀ? ਪ੍ਰੈਰੋਗੇਟਿਵ ਨਹੀਂ ਹੈ, ਸਾਡੀ ਜ਼ਿੰਮੇਵਾਰੀ ਹੈ ਕਿ ਪੰਜਾਬ ਦਾ ਭਾਈਚਾਰਾ, ਪੰਜਾਬ ਦੀ ਅਮਨ ਸ਼ਾਂਤੀ, ਪੰਜਾਬ ਦਾ ਪੀਸ, ਇਹ ਸਾਡੀ ਪ੍ਰਾਇੋਰਟੀ ਆ। ਔਰ ਆਮ ਆਦਮੀ ਪਾਰਟੀ ਧਰਮਾਂ ਦੇ ਨਾਂ ਤੇ, ਜਾਤਾਂ ਦੇ ਨਾਂ ਤੇ ਰਾਜਨੀਤੀ ਨਹੀਂ ਕਰਦੀ। ਹਰ ਗੱਲ ਆਪਾਂ ਪ੍ਰਸ਼ਾਸਨ ਦੇ ਸਿੱਟ ਦਿੰਦੇ, ਜਦੋਂ ਕਿ ਵਾਹਵਾਹੀ ਦਾ ਸਮਾਂ ਹੁੰਦਾ ਉਦੋਂ ਕਹਿੰਦੇ ਸਾਡੇ MLA, ਸਾਡੇ ਮੰਤਰੀਆਂ ਨੇ ਵਧੀਆ ਕੰਮ ਕੀਤਾ। ਤੁਹਾਨੂੰ ਨਹੀਂ ਲੱਗਦਾ ਸਿੱਧੇ ਤੌਰ ਤੇ ਗ੍ਰਹਿ ਮੰਤਰੀ ਦੇ ਧਿਆਨ 'ਚ ਇਹ ਮੁੱਦਾ ਹੋਣਾ ਚਾਹੀਦਾ ਸੀ, ਇਹਨੂੰ ਰੋਕਿਆ ਜਾ ਸਕਦਾ ਸੀ? ਐਕਚੁਅਲ 'ਚ ਕੀ ਆ, ਇਹਦੇ ਨਾਲ ਹੀ ਸ਼ਿਵ ਸੈਨਾ ਦੇ ਲੀਡਰ ਹੈ ਯੋਗਰਾਜ ਸਿੰਘ, ਉਹਨਾਂ ਨੇ ਆਫੀਸ਼ੀਅਲ ਸਟੇਟਮੈਂਟ ਹੈ ਵੀ DGP ਨੂੰ ਮੈਂ ਮਿਲਿਆ ਸੀ, ਉਹਨੂੰ ਜਾਣੂ ਕਰਾਇਆ ਸੀ ਸਿਚੁਏਸ਼ਨ ਆਊਟ ਆਫ ਹੈਂਡ ਹੋ ਸਕਦੀ ਹੈ, ਵੀ ਤੁਸੀਂ ਇਹਤੇ ਕਾਰਵਾਈ ਕਰ ਲਓ, ਪ੍ਰੀਐਮਪਟਿਵ ਐਕਸ਼ਨ ਲੈ ਲਓ। WhatsApp ਗਰੁੱਪ ਦੇ ਵਿੱਚ ਸਰਕਾਰ ਵੱਲੋਂ ਕੋਈ ਇਸ਼ਾਰਾ ਹੀ ਨਹੀਂ ਹੋਇਆ ਪ੍ਰਸ਼ਾਸਨ ਨੂੰ, ਇਸ ਕਰਕੇ ਕੋਈ ਪੋਲੀਟੀਕਲ ਡੀਲਿੰਗ। ਦੇਖੋ, ਸ਼ਿਵ ਸੈਨਾ ਦੇ ਲੀਡਰ ਤੇ ਆਪ ਮੇਨ ਕਲਪਰਿਸਟ ਹੈ। ਜਿਹੜੇ ਲੋਕ ਸਾਜ਼ਿਸ਼ਾਂ ਨਹੀਂ, ਉਹਦੀ ਵੀ ਤਹਿਕੀਕਾਤ ਹੋ ਜੂਗੀ। ਜਿਹੜੀ SIT ਬਣੀ, ਮੈਂ ਇੱਕ ਦੱਸਾਂ, ਉੱਥੇ ਨੁਕਸਾਨ ਨਹੀਂ ਹੋਇਆ। ਇਹ ਸਰਕਾਰ ਨੇ ਬਹੁਤ ਜਲਦੀ ਤੁਰੰਤ ਐਕਸ਼ਨ ਲਿਆ। ਮੈਂ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਮੰਨੀ ਹੈ ਤੁਹਾਡੇ ਕੋਲ। ਐਕਚੁਅਲ 'ਚ ਕੀ ਹੈ, ਕਈ ਆਫੀਸਰ ਸਾਹਿਬਾਨਾਂ ਨੂੰ ਪੁਰਾਣੀਆਂ ਆਦਤਾਂ ਪਈਆਂ ਔਰ ਇਹ ਬਖਸ਼ੇ ਨਹੀਂ ਜਾਣਗੇ। ਬਲੈਕ ਸ਼ੀਪ ਚਾਹੇ ਸਰਕਾਰ ਦੇ ਅੰਦਰ ਹੈ ਜਾਂ ਸਰਕਾਰ ਦੇ ਬਾਹਰ ਹੈ, ਇਹ ਜ਼ੀਰੋ ਟੋਲਰੈਂਸ ਪਾਲਿਸੀ ਹੈ ਮਾਨ ਸਾਹਿਬ ਦੀ। ਚਾਹੇ ਕਰਪਸ਼ਨ ਦੀ ਗੱਲ ਹੋਵੇ, ਚਾਹੇ ਪੰਜਾਬ ਦੇ ਸਾਰੀ ਗਲਤੀ ਪ੍ਰਸ਼ਾਸਨ ਦੀ ਹੈ
ਜਦੋਂ ਕਿ ਸਰਕਾਰ ਤੌਰ ਤੇ ਕਹਿ ਲਈਏ ਜਾਂ ਲੀਡਰਾਂ ਦੀ ਕਿਤੇ ਕੋਈ ਗਲਤੀ ਨਹੀਂ ਤੁਹਾਨੂੰ ਨਜ਼ਰ ਆਉਂਦੀ? ਲੀਡਰ ਤਾਂ ਫੜੇ ਗਏ ਆ। ਨਹੀਂ ਲੀਡਰ ਤਾਂ ਫੜੇ ਗਏ ਰੋਹਿਤ ਜੀ। ਸਰਕਾਰ ਦੀ ਨਹੀਂ। ਗ੍ਰਹਿ ਮੰਤਰੀ ਦੇ ਧਿਆਨ 'ਚ ਇਹ ਮੁੱਦਾ ਹੋਣਾ ਨਹੀਂ, ਚਾਹੀਦਾ ਨਹੀਂ, ਸੀਗਾ, ਚਾਹੇ ਦੇਖੋ। ਗ੍ਰਹਿ ਮੰਤਰੀ ਸੀਐਮ ਸਾਹਿਬ ਕੋਲੇ ਆ। ਦੇਖੋ ਸੀਐਮ ਸਾਹਿਬ ਸਰਕਾਰ ਨੇ ਤੇ ਇਮੀਡੀਏਟਲੀ 48 ਘੰਟਿਆਂ 'ਚ ਐਕਸ਼ਨ ਵੀ ਲੈ ਲਿਆ, ਮਾਸਟਰਮਾਈਂਡ ਵੀ ਫੜ ਲਏ, ਉਹਦੀ ਸ਼ਾਬਾਸ਼ੀ ਦੇਣੀ ਚਾਹੀਦੀ ਤੁਹਾਨੂੰ। ਗੱਲ ਇਹ ਨਹੀਂ ਕਿ ਪੋਜ਼ਿਟਿਵ ਗੱਲ ਇਹ ਨਹੀਂ ਕਿ ਸੁਣੋ ਸਾਹਿਬ ਇੱਕ ਹਫ਼ਤੇ ਪਹਿਲੇ ਸਾਰੀ ਚੀਜ਼ਾਂ ਤੋਂ ਸਭ ਨੂੰ ਜਾਣੂ ਕਰਵਾਇਆ ਗਿਆ ਸੀ, ਰੋਕ ਸਕਦੇ ਸੀ, ਹੋਣ ਕਿਉਂ ਨਹੀਂ ਉਹ ਜਿਹੜੀ ਕੋਈ ਕੁਤਾਹੀ ਰਹੀ ਆ ਉਹਦੀ ਜਾਂਚ ਇਸੇ ਐਸਆਈਟੀ ਬਣਾਤੀ ਸਰਕਾਰ ਨੇ। ਮੇਨ ਕਲਪਰਿਸਟ ਫੜਨ ਤੋਂ ਬਾਅਦ ਵੀ, ਮਾਸਟਰਮਾਈਂਡ ਫੜਨ ਤੋਂ ਕਾਬੂ ਪਾਉਣ ਤੋਂ ਬਾਵਜੂਦ, ਸਾਰੀਆਂ ਚੀਜ਼ਾਂ ਸੰਭਾਲ ਤੇ ਸ਼ਾਂਤੀ ਹੋਣ ਦੇ ਬਾਵਜੂਦ ਮਾਸਟਰਮਾਈਂਡ ਫੜ ਲਏ ਗਏ। ਉਸ ਤੋਂ ਬਾਅਦ ਵੀ ਜੇ ਸਰਕਾਰ ਐਸਆਈਟੀ ਬਣਾ ਰਹੀ ਹੈ, ਇਹਦਾ ਮਤਲਬ ਇਹਦੀ ਤਹਿ ਤੱਕ ਜਾਊਗੀ। ਲੇਕਿਨ ਮੈਂ ਫੇਰ ਕਹਿ ਰਿਹਾ, ਇੱਕ ਮਿੰਟ, ਮੈਂ ਫੇਰ ਕਹਿ ਰਿਹਾ, ਇਹ ਇਟਸ ਅ ਪੋਲੀਟੀਕਲ ਮੋਟੀਵੇਟਡ ਕਨਸੀਕੁਐਂਸੀ। ਨਾਨਕ ਸਿੰਘ ਨੂੰ ਬਦਲਣਾ ਕਿ ਸਹੀ ਸੀ ਕਿ ਮੌਕੇ ਤੇ ਸੀ ਤਾਂ ਉਹਨਾਂ ਨੇ ਸਾਬੀਆ ਲਾ ਕੇ ਕਿਸੇ ਲੀਡਰ ਨੇ ਕੰਗ ਸਾਹਿਬ ਇੱਕ ਐਡਮ ਕੁਐਸਚਨ ਇਹ ਵੀ ਲੈ ਲੈਂਦਾ। ਤੁਸੀਂ ਇੱਕ ਵਿੱਚ ਹੁਣੇ ਕਿਹਾ ਨਾ ਕਿ ਬਲੈਕ ਸ਼ੀਪ ਹੋਣ ਵਿੱਚ ਹੈਗੀਆਂ ਅਫਸਰਾਂ ਪੁਰਾਣੀਆਂ ਤਾਂ ਪਈ ਹੋਈਆਂ ਨੇ, ਕਿਉਂਕਿ ਸੀਆਈਡੀ ਦੀ ਰਿਪੋਰਟ ਹੁੰਦੀ ਹੈ ਹਰੇਕ ਡਿਸਟ੍ਰਿਕਟ ਜਾਂ ਕੁਝ ਸਾਰੀ ਰਿਪੋਰਟ ਜਾਂਦੀ ਹੈ। ਇਸ ਤੋਂ ਪਹਿਲਾਂ ਜਿੱਦਾਂ ਕਿ ਇਹ ਸਾਰਾ ਚੱਲ ਰਿਹਾ ਸੀਗਾ, ਫਿਰ ਵੀ ਤੁਹਾਨੂੰ ਲੱਗਦਾ ਹੈ ਕਿਤੇ ਨਾ ਕਿਤੇ ਉਹ ਜਿਹੜੀ ਅਫਸਰਸ਼ਾਹੀ ਦੇ ਕੰਟਰੋਲ ਜਾਂ ਅਫਸਰਸ਼ਾਹੀ ਨੇ ਗੁੰਮਰਾਹ ਕੀਤਾ, ਇਹ ਚੀਜ਼ਾਂ ਵੀ ਗੱਲ ਇਹ ਐਸਆਈਟੀ ਕਿਆ ਇਹਦੇ ਵੀ ਪ੍ਰਤੀ? ਮੇਰੀ ਗੱਲ ਸੁਣੋ, ਸਰਕਾਰ ਦੀ ਮਨਸ਼ਾ ਤੇ ਇੰਟੈਂਸ਼ਨ ਸਾਹਮਣੇ ਆ ਗਈ। ਕਰਪਸ਼ਨ ਦੀ ਗੱਲ ਹੈ, ਲਾਅ ਐਂਡ ਆਰਡਰ ਦੀ ਗੱਲ ਹੈ, ਕਿਸੇ ਨੂੰ ਬਖਸ਼ਾਂਗੇ ਨਹੀਂ, ਚਾਹੇ ਸਰਕਾਰ ਦੇ ਅੰਦਰ ਹੈ ਚਾਹੇ ਸਰਕਾਰ ਦੇ ਬਾਹਰ। ਈਵਨ ਸਾਡੇ ਨੈਸ਼ਨਲ ਕਨਵੀਨਰ ਸਾਹਿਬ ਨੇ ਔਰ ਮੁੱਖ ਮੰਤਰੀ ਜੀ ਨੇ ਬਿਫੋਰ ਫਾਰਮੇਸ਼ਨ ਆਫ ਕੈਬਨਿਟ ਜਦੋਂ ਇਹ ਗੱਲ ਕਹਿਤੀ ਵੀ ਅਸੀਂ ਆਪਣੇ ਐਮਐਲਏ ਔਰ ਮਿਨਿਸਟਰ ਜਾਂ ਆਮ ਆਦਮੀ ਦਾ ਜਿਹੜਾ ਮੁੱਦਾ ਤੇ ਆਪ ਦੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਪਟਿਆਲਾ ਦੀ ਜਿਹੜੀ ਵਾਇਲੈਂਸ ਹੋਈ ਆ, ਇਟਸ ਅ ਪੋਲੀਟੀਕਲ ਮੋਟੀਵੇਟਡ। ਬੀਜੇਪੀ ਦੇ ਵੱਡੇ ਲੀਡਰਾਂ ਨਾਲ ਤਾਰ ਉਹਦੇ ਜੁੜ ਰਹੇ ਆ, ਮਾਸਟਰਮਾਈਂਡ ਫੜ ਲਏ ਗਏ ਆ, 48 ਘੰਟਿਆਂ 'ਚ ਸਾਰੀ ਕਾਰਵਾਈ ਹੋਈ ਆ, ਅਮਨ ਬਹਾਲ ਕੀਤਾ ਗਿਆ ਔਰ ਐਸਆਈਟੀ ਬਣਾ ਦਿੱਤੀ ਗਈ। अंदर है परवाना भी एसआईटी बनाती जिस सारिया चीजा काबू च है ना, शांति बहाल हुई है, मास्टरमाइंड फड़े गए। इस तो बाद भी सरकार एसआईटी बना रही है, इसका मतलब सरकार की मंशा साफ है कि यदि तय तक जावांगे। और मैं मेरा कहने तो भाव ये सी भी देश च जिथे भी दंगा फसाद भाईचारे लड़ता है या लड़ाया जाता वो पिछे भाजपा और भाजपा की लीडरशिप के बहुत बहुत धन्यवाद।